ਅਥ ਭਰਤ ਯੁੱਧ ਕਥਨਨ। ਹੁਣ ਭਰਤ ਦੇ ਯੁੱਧ ਦਾ ਕਥਨ। ਅੜੂਆ ਛੰਦ। ਭਾਗ ਗਇਓ ਦਲ ਤਰਾਮ ਕਹਿ ਕੇ, ਸੈਨਾ ਡਰ ਕੇ ਭੱਜ ਗਈ। ਲਛਮਣ ਰਣਭੂਮ ਦੇ ਕੇ, ਲਕਸ਼ਮਣ ਨੂੰ ਰਣਭੂਮੀ ਵਿੱਚ ਭੇਟਾਂ ਚੜਾ ਕੇ। ਖਲੇ ਰਾਮਚੰਦ ਹੁਤੇ ਜਹਾਂ, ਜਿੱਥੇ ਰਾਮਚੰਦਰ ਖੜੇ ਸਨ। ਪਟ ਪਾਜ ਪਗ ਲਗੇ ਤਹਾਂ, ਕਾਇਰ ਸੂਰਮੇ ਭੱਜ ਕੇ ਉੱਥੇ ਚਲੇ ਗਏ। ਜਬ ਜਾਏ ਬਾਤ ਕਹੀ ਊਨੇ, ਜਦ ਜਾ ਕੇ ਉਹਨਾਂ ਨੂੰ ਲਕਸ਼ਮਣ ਦੇ ਜੂਝਣ ਦੀ ਗੱਲ ਕਹੀ। ਬਹੁਪਾਤ ਸ਼ੋਕ ਦਇਓ ਤਿਨੇ, ਤਦ ਉਹਨਾਂ ਨੂੰ ਬਹੁਤ ਤਰ੍ਹਾਂ ਨਾਲ ਸ਼ੋਕ ਦਿੱਤਾ। ਸੁਨ ਬੈਨ ਮੌਨ ਰਹੇ ਬਲੀ, ਉਹਨਾਂ ਦੇ ਬਚਨ ਸੁਣ ਕੇ ਸ਼੍ਰੀ ਰਾਮ ਇਉਂ ਚੁੱਪ ਕਰ ਰਹੇ। ਜਨ ਚਿੱਤਰ ਪਾਹਨ ਕੀ ਖਲੀ, ਮਾਨੋ ਪੱਥਰ ਦੀ ਮੂਰਤੀ ਖੜੋਤੀ ਹੋਵੇ। ਪੁਨ ਬੈਠ ਮੰਤਰ ਵਿਚਾਰਿਓ, ਸ਼੍ਰੀ ਰਾਮ ਨੇ ਫਿਰ ਬੈਠ ਕੇ ਵਿਚਾਰ ਕੀਤਾ ਅਤੇ ਕਿਹਾ। ਤੁਮ ਜਾਹੋ ਭਰਤ ਉਚਾਰਿਓ, ਹੇ ਭਰਤ ਤੁਸੀਂ ਜਾਓ। ਮੁਨ ਬਾਲ ਦਵੈ ਜਿਨ ਮਾਰਿਓ, ਪਰ ਉਹਨਾਂ ਦੋਹਾਂ ਮੁਨੀ ਬਾਲਕਾਂ ਨੂੰ ਮਾਰਨਾ ਨਹੀਂ। ਧਰ ਆਨ ਮੋਹੇ ਦਿਖਾਰਿਓ, ਫੜ ਲਿਆਓ ਅਤੇ ਮੈਨੂੰ ਦਿਖਾਓ। ਸਜ ਸੈਨ ਭਰਤ ਚਲੇ ਤਹਾਂ, ਸੈਨਾ ਨੂੰ ਸਜਾ ਕੇ ਭਰਤ ਉੱਧਰ ਨੂੰ ਚਲੇ ਗਏ। ਰਣਬਾਲ ਬੀਰ ਮੰਡੇ ਜਹਾਂ, ਜਿੱਧਰ ਬਾਲਕ ਸੂਰਮਿਆਂ ਨੇ ਰਣ ਮੰਡਿਆ ਹੋਇਆ ਸੀ। ਬਹੁਪਾਤ ਬੀਰ ਸੰਘਾਰਹੀ, ਉਹ ਬਹੁਤ ਤਰ੍ਹਾਂ ਨਾਲ ਸੂਰਮਿਆਂ ਨੂੰ ਮਾਰਦੇ ਸਨ। ਸਰ ਓਘ ਪ੍ਰਯੋਗ ਪ੍ਰਹਾਰਹੀ, ਅਤੇ ਤੀਰਾਂ ਦੇ ਝੁੰਡਾਂ ਦੇ ਝੁੰਡ ਚਲਾ ਰਹੇ ਸਨ। ਸੁਗਰੀਵ ਔਰ ਵਿਭੀਸ਼ਣਨ, ਭਰਤ ਸੁਗਰੀਵ ਵਿਭੀਸ਼ਣ। ਹਨਵੰਤ ਅੰਗਦ ਰੀਛਨਨ, ਹਨੂਮਾਨ ਜੀ ਅੰਗਦ ਅਤੇ ਜਾਮਵੰਤ ਆਦਿ ਸੈਨਾਪਤੀਆਂ ਵਾਲੀ। ਬਹੁਪਾਤ ਸੈਨ ਬਨਾਏ ਕੇ, ਬਹੁਤ ਤਰ੍ਹਾਂ ਦੀ ਸੈਨਾ ਜੋੜ ਕੇ। ਤਿੰਨ ਪੈ ਚਲਿਓ ਸਮੂਹਾਇ ਕੇ, ਉਹਨਾਂ ਦਾ ਸਾਹਮਣਾ ਕਰਨ ਲਈ ਚੜ ਪਿਆ। ਰਣਭੂਮ ਭਰਤ ਗਏ ਜਬੈ, ਰਣਭੂਮੀ ਭਰਤ ਗਏ ਜਬੈ, ਰਣਭੂਮੀ ਵਿੱਚ ਜਦੋਂ ਭਰਤ ਗਏ। ਮੁਨ ਬਾਲ ਦੋਏ ਲਖੇ ਤਬੈ, ਤਦ ਉਸਨੇ ਦੋ ਮੁਨੀ ਬਾਲਕਾਂ ਨੂੰ ਵੇਖਿਆ। ਦੋਇ ਕਾਕ ਪੱਛਾ ਸੋ ਬਹੀ, ਜਿਨ੍ਹਾਂ ਦੇ ਸਿਰ ਉੱਤੇ ਕਾਂ ਦੇ ਖੰਭ ਵਾਂਗੂ ਛੋਟੇ ਛੋਟੇ ਕੇਸ਼ ਸ਼ੋਭਾ ਪਾ ਰਹੇ ਸਨ। ਲਖ ਦੇਵ ਦਾਨੋ ਲੋਭਹੀ, ਦੇਵਤੇ ਅਤੇ ਦੈਂਤ ਮੋਹਿਤ ਹੋ ਰਹੇ ਸਨ ਜਿਨ੍ਹਾਂ ਦੇ ਰੂਪ ਨੂੰ ਵੇਖ ਕੇ। ਭਰਤ ਬਾਚ ਲਵ ਸੋ, ਭਰਤ ਨੇ ਲਵ ਨੂੰ ਕਿਹਾ। ਅਕੜਾ ਛੰਦ। ਮੁਨ ਬਾਲ ਛਾਡਹੁ ਗਰਭ, ਹੇ ਮੁਨੀ ਬਾਲਕੋ ਗਰਭ ਛੱਡ ਦਿਓ। ਮਿਲ ਆਨ ਮੋਹੂ ਸਰਬ, ਸਭ ਮੈਨੂੰ ਆ ਕੇ ਮਿਲੋ। ਲੈ ਜਾਹੇ ਰਾਘਵ ਤੀਰ, ਮੈਂ ਤੁਹਾਨੂੰ ਸ਼੍ਰੀ ਰਾਮਚੰਦਰ ਪਾਸ ਲੈ ਜਾਵਾਂਗਾ। ਤੋਹੇ ਨੈਕ ਦੈ ਕੇ ਚੀਰ, ਉਹ ਤੁਹਾਨੂੰ ਸੁੰਦਰ ਬਸਤਰ ਦੇਣਗੇ। ਸੁਨਤੇ ਭਰੇ ਸਿਸ ਮਾਨ, ਭਰਤ ਦੇ ਕਥਨ ਸੁਣਦਿਆਂ ਹੀ ਬਾਲਕ ਗਰਵ ਨਾਲ ਭਰ ਗਏ। ਕਰ ਕੋਪ ਤਾਨ ਕਮਾਨ,
ਅਤੇ ਕ੍ਰੋਧ ਕਰਕੇ ਕਮਾਨਾਂ ਖਿੱਚ ਲਈਆਂ। ਬਹੁਪਾਤ ਸਹਾਇਕ ਛੋਰ, ਬਹੁਤ ਤਰ੍ਹਾਂ ਨਾਲ ਤੀਰ ਛੱਡ ਦਿੱਤੇ। ਜਨ ਅਬਰ ਸਾਵਣ ਔਰ, ਮਾਨੋ ਸਾਵਣ ਦੇ ਬੱਦਲ ਵਿੱਚੋਂ ਗੜੇ ਡਿੱਗ ਰਹੇ ਹੋਣ। ਲਾਗੇ ਸੁਸਾਇਕ ਅੰਗ, ਜਿਨ੍ਹਾਂ ਦੇ ਸਰੀਰ ਵਿੱਚ ਬਾਣ ਲੱਗੇ। ਗਿਰ ਗਏ ਸੁਬਾਹ ਉਤੰਗ, ਉਹ ਸੂਰਮੇ ਮੁੱਦੇ ਮੂੰਹ ਡਿੱਗ ਪਏ। ਕਹੂੰ ਅੰਗ ਪੰਗ ਸੁਬਾਹ, ਕਿਤੇ ਸੂਰਮਿਆਂ ਦੇ ਅੰਗ ਵੱਡੇ ਪਏ ਸਨ। ਕਹੂੰ ਚੌਰ ਚੀਰ ਸਨਾਹ, ਕਿਤੇ ਚੌਰ ਸ਼ਸਤਰ ਅਤੇ ਕਵਚ ਡਿੱਗੇ ਪਏ ਹਨ। ਕਹੂੰ ਚਿੱਤਰ ਚਾਰ ਕਮਾਨ, ਕਿਤੇ ਸੁੰਦਰ ਚਿੱਤਰ ਵਾਲੀਆਂ ਕਮਾਨਾਂ ਡਿੱਗੀਆਂ ਪਈਆਂ ਹਨ। ਕਹੂੰ ਅੰਗ ਜੋਦਨ ਬਾਣ, ਕਿਤੇ ਯੋਧਿਆਂ ਦੇ ਅੰਗਾਂ ਵਿੱਚ ਬਾਣ ਲੱਗੇ ਹੋਏ ਹਨ। ਕਹੂੰ ਅੰਗ ਕਾਏ ਬਪਕ, ਕਿਤੇ ਅੰਗਾਂ ਦੇ ਫੱਟਾਂ ਵਿੱਚੋਂ ਪੱਕ ਪੱਕ ਕਰਕੇ ਲਹੂ ਨਿਕਲ ਰਿਹਾ ਹੈ। ਕਹੂੰ ਸ਼੍ਰੋਣ ਸਰਤ ਛਲਕ, ਅਤੇ ਕਿਤੇ ਲਹੂ ਦੀ ਨਦੀ ਉਛਲ ਰਹੀ ਹੈ। ਕਹੂੰ ਭੂਤ ਪ੍ਰੇਤ ਪਕੰਤ, ਕਿਤੇ ਭੂਤ ਪ੍ਰੇਤ ਬੋਲਦੇ ਹਨ। ਸੋ ਕਹੂੰ ਕਮਦ ਉਠੰਤ, ਕਿਤੇ ਧੜ ਉੱਠਦੇ ਹਨ। ਕਹੂੰ ਨਾਚ ਬੀਰ ਬੈਤਾਲ, ਕਿਤੇ ਬੈਤਾਲ ਬੀਰ ਨੱਚ ਰਹੇ ਹਨ। ਸੋ ਬਮਤ ਡਾਕਣੀ ਜੁਆਲ, ਅਤੇ ਕਿਤੇ ਡਾਕਣੀਆਂ ਅੱਗ ਉਗਲ ਰਹੀਆਂ ਹਨ। ਰਣ ਕਾਏ ਕਾਏ ਵੀਰ, ਸੂਰਮੇ ਰਣਭੂਮੀ ਵਿੱਚ ਜ਼ਖਮ ਖਾ ਰਹੇ ਹਨ। ਸਭ ਸ਼੍ਰੋਣ ਭੀਗੇ ਚੀਰ, ਸਾਰੇ ਕੱਪੜੇ ਲਹੂ ਨਾਲ ਭਿੱਜ ਗਏ ਹਨ। ਇੱਕ ਬੀਰ ਪਾਜ ਚਲੰਤ, ਇੱਕ ਸੂਰਮੇ ਰਣ ਵਿੱਚੋਂ ਭੱਜ ਜਾਂਦੇ ਹਨ। ਇੱਕ ਆਨ ਜੁੱਧ ਜੁਟੰਤ, ਅਤੇ ਇੱਕ ਆ ਕੇ ਯੁੱਧ ਵਿੱਚ ਜੁਟ ਗਏ ਹਨ। ਇੱਕ ਐਂਚ ਐਂਚ ਕਮਾਨ, ਇੱਕ ਕਮਾਨਾਂ ਨੂੰ ਖਿੱਚ ਖਿੱਚ ਕੇ ਤੱਕ ਵੀਰ ਮਾਰਤ ਬਾਣ, ਅਤੇ ਸੂਰਮਿਆਂ ਨੂੰ ਤੱਕ ਤੱਕ ਕੇ ਬਾਣ ਮਾਰਦੇ ਹਨ। ਇੱਕ ਪਾਜ ਪਾਜ ਮਰੰਤ, ਇੱਕ ਭਜਦੇ ਭਜਦੇ ਮਰ ਰਹੇ ਹਨ। ਨਹੀਂ ਸੁਰਗ ਤੌਣ ਬਸੰਤ, ਉਹ ਸਵਰਗ ਵਿੱਚ ਨਹੀਂ ਵਸ ਸਕਦੇ। ਗਜ ਰਾਜ ਬਾਜ ਅਨੇਕ, ਹਾਥੀ ਘੋੜੇ ਅਨੇਕਾਂ ਮਰ ਗਏ। ਜੁੱਝੇ ਨਾ ਬਾਚਾ ਏਕ, ਇੱਕ ਵੀ ਜਿਉਂਦਾ ਨਹੀਂ ਬਚਿਆ। ਤਬ ਆਨ ਲੰਕਾ ਨਾਥ, ਤਦ ਫਿਰ ਲੰਕਾ ਦੇ ਰਾਜੇ ਵਿਭੀਸ਼ਣ ਨੇ ਆ ਕੇ ਜੁਝਿਓ ਸਿਸਨ ਕੇ ਸਾਥ, ਬਾਲਕਾਂ ਨਾਲ ਯੁੱਧ ਕੀਤਾ। ਬਹੁੜਾ ਛੰਦ। ਲੰਕੇਸ ਕੇ ਔਰ ਮੋਹ ਤੱਕ ਬਾਨ, ਸ਼੍ਰੀ ਰਾਮ ਦੇ ਪੁੱਤਰ ਲਵ ਨੇ ਵਿਭੀਸ਼ਣ ਦੇ ਸੀਨੇ ਵਿੱਚ ਤੱਕ ਕੇ ਮਾਰਿਓ ਰਾਮ ਸਿਸਤ ਜੀ ਕਾਨ, ਅਤੇ ਸੰਕੋਚ ਛੱਡ ਕੇ ਤੀਰ ਮਾਰਿਆ। ਤਬ ਗਿਰਿਓ ਦਾਨਵ ਸੁ ਭੂਮ ਮੱਧ, ਤਬ ਗਿਰਿਓ ਦਾਨਵ ਸੁ ਭੂਮ ਮੱਧ, ਤਾਂ ਵਿਭੀਸ਼ਣ ਧਰਤੀ ਉੱਤੇ ਡਿੱਗ ਪਿਆ। ਤਹ ਬਿਸੁੱਧ ਜਾਣ ਨਹੀਂ ਕੀਓ ਬੱਧ, ਪਰ ਬੇਸੁੱਧ ਜਾਣ ਕੇ ਲਵ ਨੇ ਉਸ ਨੂੰ ਜਾਨੋਂ ਨਹੀਂ ਮਾਰਿਆ। ਤਬ ਰੁਕਿਓ ਤਾਸ ਸੁਗਰੀਵ ਆਨ, ਤਦੋਂ ਸੁਗਰੀਵ ਆ ਕੇ ਉਸ ਨਾਲ ਅੜ ਖੜੋਤਾ ਤੇ ਕਹਿਣ ਲੱਗਾ, ਕਹਾਂ ਜਾਤ ਬਾਲ ਨਹੀਂ ਪੈਸ ਜਾਨ, ਹੇ ਬਾਲਕ ਕਿੱਥੇ ਜਾਂਦਾ ਹੈ, ਜਾ ਨਹੀਂ ਪਾਏਗਾ। ਤਬ ਹਣਿਓ ਬਾਣ ਤਹਿ ਪਾਲ ਤੱਕ, ਤਦੋਂ ਲਵ ਨੇ ਉਸ ਦਾ ਮੱਥਾ ਵੇਖ ਕੇ ਬਾਣ ਮਾਰਿਆ।
ਤਹਿ ਲਗਿਓ ਪਾਲ ਮੋ ਰਹਿਓ ਚੱਕ, ਜੋ ਉਸਦੇ ਮੱਥੇ ਵਿੱਚ ਲੱਗਾ ਅਤੇ ਉਹ ਹੱਕਾ ਬੱਕਾ ਰਹਿ ਗਿਆ। ਚੱਪ ਚਲੀ ਸੈਨ ਕਪਣੀ ਸੁਕ੍ਰੁੱਧ, ਬੰਦਰਾਂ ਦੀ ਸੈਨਾ ਕ੍ਰੋਧਵਾਨ ਹੋ ਉਸੇ ਵੇਲੇ ਚਿੜ ਕੇ ਚੱਲ ਪਈ। ਨਲ ਨੀਲ ਹਨੂ ਅੰਗਦ ਸੁਜੁੱਧ, ਜਿਸ ਵਿੱਚ ਨਲ, ਨੀਲ, ਹਨੂਮਾਨ ਅਤੇ ਅੰਗਦ ਆਦਿ ਯੋਧੇ ਸਨ। ਤਬ ਤੀਨ ਤੀਨ ਲੈ ਬਾਲ ਬਾਨ, ਉਸੇ ਵੇਲੇ ਬਾਲਕਾਂ ਨੇ ਤਿੰਨ ਤਿੰਨ ਤੀਰ ਲੈ ਕੇ ਕ੍ਰੋਧ ਨਾਲ ਤਹਿ ਹਣੋ ਪਾਲ ਮੋਰੋਸ ਠਾਨ, ਉਹਨਾਂ ਦੇ ਮੱਥੇ ਵਿੱਚ ਮਾਰ ਦਿੱਤੇ। ਜੋ ਗਏ ਸੂਰ ਸੋ ਰਹੇ ਖੇਤ, ਜੋ ਸੂਰਮੇ ਗਏ ਉਹ ਰਣਭੂਮੀ ਵਿੱਚ ਹੀ ਰਹੇ। ਜੋ ਬਚੇ ਪਾਜ ਤੇ ਹੋਏ ਅਚੇਤ, ਜੋ ਭੱਜ ਗਏ ਜਾਂ ਬੇਹੋਸ਼ ਹੋ ਗਏ ਉਹੀ ਬਚੇ। ਤਬ ਤੱਕ ਤੱਕ ਸਿਸ ਕਸ ਬਾਣ, ਤਦ ਤੱਕ ਤੱਕ ਕੇ ਬਾਲਕਾਂ ਨੇ ਕਸ ਕਸ ਕੇ ਤੀਰ ਚਲਾਏ। ਦਲ ਹਤਿਓ ਰਾਘਵੀ ਤਜ ਕਾਣ, ਅਤੇ ਨਿਸੰਗ ਹੋ ਕੇ ਸ਼੍ਰੀ ਰਾਮ ਦੀ ਸੈਨਾ ਮਾਰ ਦਿੱਤੀ। ਅਨੂਪ ਨਰਾਜ ਛੰਦ। ਸੁਕੋਪ ਦੇਖ ਕੇ ਬਲਨ ਸੁ ਕ੍ਰੁੱਧ ਰਾਘਵੀ ਸਿਸਨ, ਬਲਵਾਨਾਂ ਦਾ ਕ੍ਰੋਧ ਦੇਖ ਕੇ ਸ਼੍ਰੀ ਰਾਮ ਦੇ ਪੁੱਤਰ ਕ੍ਰੋਧਵਾਨ ਹੁੰਦੇ ਹਨ। ਬਚਿੱਤਰ ਚਿਤ੍ਰਤ ਸਰਨ ਬਬਰਖ ਬਰਖਣੋ ਰਣ, ਵਿਚਿੱਤਰ ਚਿੱਤਰਕਾਰੀ ਵਾਲੇ ਤੀਰਾਂ ਦੀ ਰਣ ਵਿੱਚ ਭਾਰੀ ਬਰਖਾ ਕਰਦੇ ਹਨ। ਭਭਜ ਆਸੁਰੀ ਸੁਤਨ ਉਠੰਤ ਭੇਕਰੀ ਤੁਨਨ, ਰਾਖਸ਼ਾਂ ਦੇ ਪੁੱਤਰ ਵਿਭੀਸ਼ਣ ਆਦਿ ਭੱਜ ਰਹੇ ਹਨ ਅਤੇ ਭਿਆਨਕ ਧੁਨ ਹੋ ਰਹੀ ਹੈ। ਭ੍ਰਮੰਤ ਕੁੰਡਲੀ ਕ੍ਰਿਤਨ ਪਪੀੜ ਦਾਰਣਨ ਸਰਨ, ਦੋਵੇਂ ਬਾਲਕ ਗੋਲ ਘੇਰੇ ਵਿੱਚ ਫਿਰਦੇ ਹਨ ਅਤੇ ਤੀਰਾਂ ਨਾਲ ਸਖਤ ਪੀੜਾਂ ਉੱਠਦੀਆਂ ਹਨ। ਕੁਮੰਤ ਕਾਇਲੋ ਕਣਨ ਤਤਛ ਬਾਣਨੋ ਬਰਨ, ਬਹੁਤੇ ਫੱਟੜ ਘੁੰਮਦੇ ਫਿਰਦੇ ਹਨ ਅਤੇ ਤਿੱਖੇ ਤੀਰ ਨਾਲ ਵਿੰਨ੍ਹਦੇ ਜਾਂਦੇ ਹਨ। ਪਪਜ ਕਾਤਰੋ ਕਿਤਨ ਗਜੰਤ ਜੋਦਣੋ ਜੁਦਨ, ਕਿਤਨੇ ਕਾਇਰ ਭੱਜ ਗਏ ਹਨ ਅਤੇ ਯੋਧੇ ਰਣ ਵਿੱਚ ਗੱਜਦੇ ਹਨ। ਚਲੰਤ ਤੀਛਣੋ ਅਸਨ ਖਿਮੰਤ ਤਾਰ ਉਜਲਨ, ਤਿੱਖੀਆਂ ਤਲਵਾਰਾਂ ਚਲਦੀਆਂ ਹਨ ਅਤੇ ਚਿੱਟੀਆਂ ਤਾਰਾਂ ਚਮਕਦੀਆਂ ਹਨ। ਪਪਾਤ ਅੰਗਦ ਕੇਸਰੀ ਹਨੂ ਵ ਸੁਗਰੀਵਨ ਬਲਨ, ਅੰਗਦ, ਕੇਸਰੀ, ਹਨੂਮਾਨ ਜੀ, ਸੁਗਰੀਵ ਆਦਿ ਬਹਾਦਰ ਡਿੱਗ ਪਏ ਹਨ। ਗਿਰੰਤ ਆਮੁਰਨ ਰਣਨ ਪਪਰਮ ਆਸੁਰੀ ਸਿਸਨ, ਇਸ ਤਰ੍ਹਾਂ ਸੂਰਮੇ ਡਿੱਗੇ ਪਏ ਹਨ ਮਾਨੋ ਹਵਾ ਦੇ ਜ਼ੋਰ ਨਾਲ ਬਿਰਛ ਧਰਤੀ ਉੱਤੇ ਡਿੱਗੇ ਪਏ ਹਨ। ਤਜੰਤ ਸਵਾਮਣੋ ਕਰਨ ਭਜੰਤ ਪ੍ਰਾਨ ਲੈ ਪਟਨ, ਤੋੜੀ ਨਾਲ ਬਹੁਤ ਭਰੇ ਹੋਏ ਹਨ ਅਤੇ ਮੋਹਾਂ ਤੋਂ ਲਹੂ ਦੀਆਂ ਉਲਟੀਆਂ ਕਰ ਰਹੇ ਹਨ। ਉਠੰਤ ਅੰਧ ਧੁੰਦਣੋ ਕਬੰਧ ਬਦੰਤਨ ਕਟਨ, ਆਕਾਸ਼ ਵਿੱਚ ਚੁੜੇਲਾਂ ਚੀਕਦੀਆਂ ਹਨ ਅਤੇ ਧਰਤੀ ਉੱਤੇ ਗਿੱਦੜੀਆਂ ਫਿਰਦੀਆਂ ਹਨ। ਲਗੰਤ ਬਾਣਨੋ ਬਰਨ ਗਿਰੰਤ ਭੂਮ ਅਹਵਯਨ, ਭੂਤ
ਤੇ ਪ੍ਰੇਤ ਬੋਲ ਰਹੇ ਹਨ ਅਤੇ ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ। ਪਪਾਤ ਬ੍ਰਿਛਣਨ ਤਰਨ ਬਬੇਕ ਮਾਰ ਤੁਜਣਨ। ਮੁਖੀ ਯੋਧੇ ਧਰਤੀ ਉੱਤੇ ਪਰਬਤਾਂ ਵਾਂਗ ਧੜਾਧੜ ਡਿੱਗਦੇ ਹਨ। ਭਰੰਤ ਤੂਰ ਪੂਰਣਨ ਬਮੰਤ ਸ਼੍ਰੋਣਤਨ ਮੁਖਨ। ਉਹਨਾਂ ਦੇ ਸਰੀਰ ਲਹੂ ਨਾਲ ਗੜੁੱਚ ਹਨ ਅਤੇ ਰਣ ਵਿੱਚ ਡਰਾਵਣੀ ਆਵਾਜ਼ ਹੋ ਰਹੀ ਹੈ। ਚਿਕਾਰ ਚਾਵੜੀ ਨਬਨ ਫਿਕੰਤ ਫਿੰਕਰੀ ਫਿਰਨ। ਨਫੀਰੀਆਂ ਦੇ ਵੱਜਣ ਦੀ ਡਰਾਵਣੀ ਆਵਾਜ਼ ਲਗਾਤਾਰ ਹੋ ਰਹੀ ਹੈ। ਪਕਾਰ ਭੂਤ ਪ੍ਰੇਤਣਨ ਡਿਕਾਰ ਡਾਕਣੀ ਡੁਲਨ। ਚਿੱਟੇ ਬਾਲ ਵਰਤੇ ਹਨ ਅਤੇ ਫੱਟੜ ਯੋਧੇ ਫਿਰ ਰਹੇ ਹਨ। ਭੂਤ ਤੇ ਪ੍ਰੇਤ ਬੋਲ ਰਹੇ ਹਨ ਅਤੇ ਡਾਕਣੀਆਂ ਡਕਾਰਦੀਆਂ ਫਿਰਦੀਆਂ ਸਨ। ਗਿਰੇ ਤਰਨ ਤੁਰਨ ਤਰਨ ਤਰਾ ਤਰਨ ਤਰਨ ਜੀਵਨ। ਭਰਤ ਨੂੰ ਰਣ ਵਿੱਚ ਵੇਖ ਕੇ ਸੂਰਮੇ ਬੇਈਮਾਨ ਹੋ ਕੇ ਭੱਜੀ ਜਾਂਦੇ ਹਨ। ਭਬਚ ਸ਼੍ਰਵਣੰਤਨ ਤਣੇ ਉਠੰਤ ਪੈ ਕਰੀ ਤੁਨਨ। ਕ੍ਰੋਧੀ ਸੂਰਮੇ ਚਿੜ ਕੇ ਚੱਲਦੇ ਹਨ ਅਤੇ ਤਿੱਖੇ ਤੀਰਾਂ ਦੀ ਵਰਖਾ ਕਰਦੇ ਹਨ। ਉਠੰਤ ਗਦ ਸੱਦਣਨ ਨਨਦ ਨਿਫਿਰਨ ਰਣਨ। ਬਾਲਕ ਲਵ ਤੇ ਕੁਸ਼ ਕ੍ਰੋਧ ਨਾਲ ਸੂਰਮਿਆਂ ਦੇ ਮੱਥੇ ਵਿੱਚ ਬਾਣ ਮਾਰਦੇ ਹਨ। ਬਬਰਖ ਸਾਇਕਨ ਸਿਤਨ ਕੁਮੰਤ ਜੋ ਦਿਣੋਂ ਬ੍ਰਣਨ। ਹੱਠ ਵਾਲਾ ਯੋਧਾ ਭਰਤ ਧਰਤੀ ਉੱਤੇ ਬੇਸੁੱਧ ਹੋ ਕੇ ਡਿੱਗ ਪਿਆ। ਭਜੰਤ ਭੈ ਤਰਨ ਭਟਨ ਬਿਲੋਕ ਪਰਤਣੋ ਰਣਨ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਇਹ ਸੂਰਮੇ ਪੈਰ ਨੂੰ ਤਾਰ ਕੇ ਭੱਜੇ ਜਾਂਦੇ ਹਨ ਅਤੇ ਮੁੜ ਮੁੜ ਕੇ ਰਣ ਵਿੱਚ ਭਰਤ ਵੱਲ ਵੀ ਵੇਖਦੇ ਹਨ। ਕ੍ਰੋਧੀ ਸੂਰਮੇ ਚਿੜ ਚੜਾ ਕੇ ਚੱਲਦੇ ਸਨ ਅਤੇ ਤਿੱਖੇ ਤੀਰਾਂ ਦੀ ਵਰਖਾ ਕਰਦੇ ਸਨ। ਬਾਲਕ ਲਵ ਤੇ ਕੁਸ਼ ਕ੍ਰੋਧ ਨਾਲ ਤੀਰ ਸੂਰਮਿਆਂ ਦੇ ਮੱਥਿਆਂ ਵਿੱਚ ਮਾਰਦੇ ਸਨ, ਜਿਸ ਕਰਕੇ ਹੱਠ ਵਾਲੇ ਯੋਧੇ ਧਰਤੀ ਉੱਤੇ ਡਿੱਗ ਪਿਆ ਅਤੇ ਬੇਸੁੱਧ ਹੋ ਕੇ ਧਰਤੀ ਤੇ ਲੇਟ ਪਏ। ਹਠੀ ਯੋਧਿਆਂ ਨੂੰ ਧਰਤੀ ਉੱਤੇ ਸੁੱਟ ਕੇ ਬਾਲਕ ਆਸ਼ਰਮ ਵੱਲ ਚਲੇ ਗਏ। ਭਜੰਤ ਪੈ ਤਰਨ ਪਟਨ ਬਿਲੋਕ ਪਰਤਣੋ ਰਣਨ। ਚਲਿਓ ਚਿਰਾਇ ਕੇ ਚਪੀ ਬਬਰਖ ਸਾਇਕੋ ਸਿਤਨ। ਕਿ ਹੁਣ ਉਹ ਬਾਲਕ ਹਠੀ ਯੋਧਿਆਂ ਨੂੰ ਧਰਤੀ ਉੱਤੇ ਸੁੱਟ ਕੇ ਬਾਲਕ ਆਸ਼ਰਮ ਨੂੰ ਚੱਲ ਪਏ। ਸੁਕਰੁੱਧ ਸਾਇਕਨ ਸਸਨ ਪਬੱਧ ਭਾਲਣੋ ਪਟਨ। ਸੂਰਮੇ ਡਰ ਕੇ ਭੱਜ ਗਏ ਹਨ ਅਤੇ ਭਰਤ ਨੂੰ ਧਰਤੀ ਉੱਤੇ ਹੀ ਛੱਡ ਗਏ ਹਨ। ਪਪਾਤ ਪ੍ਰਿਥਵੀਅਨ ਹਠੀ ਸਮੋਹ ਆਸਰ ਮੰਗਤਨ। ਹੋਰ ਕਈ ਲੋਕਾਂ ਉੱਤੇ ਡਿੱਗਦੇ ਢਹਿੰਦੇ ਉੱਠ ਕੇ ਸ਼੍ਰੀ ਰਾਮ ਕੋਲ ਜਾ ਕੇ ਰੋਂਦੇ ਹਨ।
बभज पीतणो पटन ततज परथणो पुवन। ਪ੍ਰਚੰਡ ਯੋਧਿਆਂ ਨੂੰ ਭਜਾ ਕੇ ਕ੍ਰੋਧ ਨਾਲ ਬਲਵਾਨਾਂ ਨੂੰ ਮਾਰਨ ਲਈ ਗਿਰੰਤ ਲੁੱਥਤਨ ਉਠਨ ਰੁਰੋਧ ਰਾਘਵਨ ਤਟਨ। ਜਗਤ ਮੰਡਲ ਦੀ ਆਸ ਨੂੰ ਤਿਆਗ ਕੇ ਅਤੇ ਅਦੰਡ ਪੁਰਸ਼ਾਂ ਨੂੰ ਦੰਡ ਦੇਣ ਲਈ ਸ਼੍ਰੀ ਰਾਮ ਖੁਦ ਚੱਲ ਪਏ। ਜੁਜੇਸੂ ਪ੍ਰਾਤ ਪਰਤਣੋਂ ਸੁਣੰਤ ਜਾਨਕੀ ਪਤਨ। ਉਹਨਾਂ ਨਾਲ ਬੱਦਲਾਂ ਦੇ ਗੱਜਣ ਵਾਂਗ ਵਾਜੇ ਵੱਜਦੇ ਹਨ, ਜਿਨ੍ਹਾਂ ਤੋਂ ਡਰਾਵਣੀ ਸੁਰ ਨਿਕਲਦੀ ਹੈ। ਬਭਜ ਪੀਤਣੋ ਪਟਨ ਤਤਜ ਪਰਥਣੋ ਪੁਵਨ। ਗਿਰੰਤ ਲੁੱਥਨ ਉਠਨ ਰੁਰੋਧ ਰਾਘਵਨ ਤਟਨ। ਜੁਝੇ ਸੁਪ੍ਰਾਤ ਪਰਤਣੋ ਸੁਣੰਤ ਜਾਨਕੀ ਪਤਨ। ਪਪਾਤ ਪੂਮਿਣੋ ਤਲਨ ਅਪੀੜ ਪੀੜਤਨ ਦੁਖਨ। ਸੂਰਮੇ ਡਰਦੇ ਹੋਏ ਭੱਜ ਰਹੇ ਹਨ ਅਤੇ ਭਰਤ ਨੂੰ ਧਰਤੀ ਉੱਤੇ ਹੀ ਛੱਡ ਗਏ ਹਨ। ਹੋਰ ਕਈ ਲੋਥਾਂ ਧਰਤੀ ਉੱਤੇ ਡਿੱਗੀਆਂ ਪਈਆਂ ਸਨ। ਭੱਜੇ ਹੋਏ ਸੂਰਮੇ ਸ਼੍ਰੀ ਰਾਮ ਜੀ ਕੋਲ ਜਾ ਕੇ ਰੋਂਦੇ ਸਨ। ਜਦ ਸੀਤਾ ਦੇ ਸਵਾਮੀ ਸ਼੍ਰੀ ਰਾਮ ਜੀ ਨੇ ਭਰਤ ਭਰਾਤਾ ਦਾ ਮਰਨਾ ਸੁਣਿਆ ਤਾਂ ਦੁੱਖ ਦੀ ਪੀੜਾ ਨਾਲ ਪੀੜਤ ਹੋ ਕੇ ਧਰਤੀ ਤੇ ਡਿੱਗ ਪਏ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਰਾਮ ਅਵਤਾਰ ਭਰਤ ਬੱਧੇ 24ਵਾਂ ਅਧਿਆਇ ਸਮਾਪਤਮ। ਸਤ ਸ਼ੁਭਮ ਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।